ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਆਪਣੇ YouTube ਚੈਨਲ ਤੇ ਸਵਾਗਤ ਹੈ। ਤੇ ਹੁਣ ਆਪਾਂ ਸਮਝਣੇ ਨੇ ਮਾਡਲਸ ਬੜੇ ਸੌਖੇ ਹੁੰਦੇ ਨੇ। ਜਦੋਂ ਵੀ ਪੰਜਾਬੀ ਵਿੱਚ ਆਪਾਂ ਕਹਿੰਦੇ ਆ ਨਾ ਕਿ ਮੈਂ ਕਿਤਾਬਾਂ ਪੜ੍ਹ ਸਕਦਾ, ਮੈਂ ਲਿਖ ਸਕਦਾ, ਮੈਂ ਇੰਗਲਿਸ਼ ਬੋਲ ਸਕਦਾ, ਮੈਂ ਹਿੰਦੀ ਨਹੀਂ ਬੋਲ ਸਕਦਾ, ਥੋੜ੍ਹੀ ਥੋੜ੍ਹੀ ਬੋਲ ਸਕਦਾ। ਸੋ ਸਕਦਾ ਸੀ, ਸਕਿਆ, ਸਕਦਾ ਹਾਂ, ਇਹ ਗੱਲਾਂ ਨੂੰ ਇੰਗਲਿਸ਼ ਵਿੱਚ ਕਿਵੇਂ ਬੋਲਣਾ ਹੈ। ਹੁਣ ਪਹਿਲਾਂ ਵੇਖਿਓ, ਕੈਨ ਦੇ ਨਾਲ ਹਮੇਸ਼ਾ ਫਸਟ ਫਾਰਮ, ਸਕਦਾ ਕੁਡ ਦੇ ਨਾਲ ਹਮੇਸ਼ਾ ਫਸਟ ਫਾਰਮ, ਸਕਿਆ ਕੁਡ ਹੈਵ ਦੇ ਨਾਲ ਹਮੇਸ਼ਾ, ਹੈਵ ਦੇ ਨਾਲ ਹਮੇਸ਼ਾ ਥਰਡ ਫਾਰਮ। ਕਿਤੇ ਵੀ ਤੁਸੀਂ ਨਿਊਜ਼ਪੇਪਰ ਪੜ੍ਹੋ, ਆਰਟੀਕਲਸ ਪੜ੍ਹੋ, ਬੁੱਕ ਪੜ੍ਹ ਲਓ, ਹਮੇਸ਼ਾ ਥਰਡ ਫਾਰਮ ਹੋਵੇ ਸਕਦਾ ਸੀ। ਹੁਣ ਆ ਪੰਜਾਬੀ ਵਿੱਚ ਮੈਂ ਲਿਖਿਆ ਹੋਇਆ ਮੈਂ ਸਭ ਕੁਝ ਕਰ ਸਕਦਾ। ਮੈਂ ਤੁਹਾਨੂੰ ਪੁੱਛਾਂ ਕੈਨ ਯੂ ਡੂ ਸਮਥਿੰਗ ਇਨ ਯੂਅਰ ਲਾਈਫ, ਕੀ ਤੁਸੀਂ ਕਰ ਸਕਦੇ ਹੋ ਆਪਣੀ ਲਾਈਫ ਦੇ ਵਿੱਚ ਕੁਝ? ਤਾਂ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਦੇਵਾਂ, ਕਦੇ ਵੀ ਨੈਗੇਟਿਵ ਨਹੀਂ ਸੋਚਣਾ। ਹਮੇਸ਼ਾ ਕਹੋ ਮੈਂ, ਜੇ ਤੁਸੀਂ ਆਪਣੇ ਆਪ ਦੇ ਵਿੱਚ ਬਲੀਵ ਕਰਦੇ ਹੋ, ਆਈ ਬਲੀਵ ਇਨ ਮਾਈ ਸੈਲਫ, ਆਈ ਕੈਨ ਡੂ ਐਵਰੀਥਿੰਗ। ਇਫ ਯੂ ਬਲੀਵ ਇਨ ਯੂਅਰ ਸੈਲਫ ਯੂ ਕੈਨ ਡੂ ਐਵਰੀਥਿੰਗ ਇਨ ਯੂਅਰ ਲਾਈਫ। ਜੇ ਤੁਸੀਂ ਆਪਣੇ ਆਪ ਦੇ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ। ਸੋ ਆਜੋ ਪਹਿਲਾਂ, ਮੈਂ ਸਭ ਕੁਝ ਕਰ ਸਕਦਾ। ਮੈਂ ਆਈ ਕੈਨ ਡੂ ਹੁੰਦਾ ਕਰਨਾ, ਐਵਰੀਥਿੰਗ। ਆਈ ਕੈਨ ਡੂ ਐਵਰੀਥਿੰਗ, ਮੈਂ ਸਭ ਕੁਝ ਕਰ ਸਕਦਾ। ਅਗਲੀ ਗੱਲ, ਉਹ ਧੋਖਾ ਨਹੀਂ ਕਰ ਸਕਦਾ। ਆਪਾਂ ਕਹਿੰਦੇ ਹਾਂ ਕਿ ਉਹ ਬੰਦਾ ਹੋਰ ਸਾਰੇ ਕੰਮ ਕਰ ਸਕਦਾ ਪਰ ਧੋਖਾ ਨਹੀਂ ਕਰ ਸਕਦਾ। ਹੀ ਕੈਨ ਨਾਟ ਚੀਟ, ਉਹ ਚੀਟ ਨਹੀਂ ਕਰ ਸਕਦਾ। ਹੀ ਕੈਨ ਨਾਟ ਚੀਟ, ਉਹ ਚੀਟ ਨਹੀਂ ਕਰ ਸਕਦਾ। ਹੀ ਕਾਂਟ ਵੀ ਬੋਲ ਸਕਦੇ ਆ ਇਹਨੂੰ। ਹੁਣ ਦੇਖੋ ਇੰਨਾ ਤੁਹਾਨੂੰ ਪਤਾ ਲੱਗ ਗਿਆ, ਇਹਦਾ ਆਪਾਂ ਇੱਦਾਂ ਬਣਾਉਂਦੇ ਇੱਦਾਂ, ਬਸ ਸ਼ਾਰਟ ਫਾਰਮ ਦੇ ਵਿੱਚ। ਹੀ ਕਾਂਟ ਚੀਟਿੰਗ ਜਾਂ ਚੀਟ, ਉਹ ਚੀਟਿੰਗ ਨਹੀਂ ਕਰ ਸਕਦਾ, ਬਾਕੀ ਸਭ ਕੁਝ ਕਰ ਸਕਦਾ। ਅਗਲਾ, ਕੀ ਉਹ ਅੰਗਰੇਜ਼ੀ ਬੋਲ ਸਕਦੀ ਹੈ? ਆਪਾਂ ਵੈਸੇ ਹੀ ਪੁੱਛ ਲੈਣ, ਕੈਨ ਯੂ ਸਪੀਕ ਇੰਗਲਿਸ਼, ਕੈਨ ਯੂ ਸਪੀਕ ਪੰਜਾਬੀ, ਕੈਨ ਯੂ ਸਪੀਕ ਹਿੰਦੀ, ਤੁਸੀਂ ਇਹ ਭਾਸ਼ਾਵਾਂ ਬੋਲ ਸਕਦੇ ਹੋ? ਯੈਸ ਆਈ ਕੈਨ ਸਪੀਕ ਇੰਗਲਿਸ਼। ਸੋ ਕੀ ਉਹ ਇੰਗਲਿਸ਼ ਬੋਲ ਸਕਦੀ ਹੈ? ਕੈਨ ਸ਼ੀ ਸਪੀਕ ਐਨ ਇੰਗਲਿਸ਼? ਕੈਨ ਸ਼ੀ ਸਪੀਕ ਐਨ ਇੰਗਲਿਸ਼, ਕੀ ਉਹ ਇੰਗਲਿਸ਼ ਬੋਲ ਸਕਦੀ ਹੈ? ਸੋ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਔਖਾ ਨਹੀਂ ਸੀ। ਮੈਂ ਕਹਾਂ ਕਿ ਮੈਂ ਬੁੱਕਾਂ ਪੜ੍ਹ ਸਕਦਾ, ਮੈਂ ਰਨਿੰਗ ਕਰ ਸਕਦਾ, ਮੈਂ ਦੌੜ ਸਕਦਾ, ਮੈਂ ਇੱਕ ਦਿਨ ਦੇ ਵਿੱਚ ਇੱਕ ਬੁੱਕ ਪੜ੍ਹ ਸਕਦਾ। ਮੈਂ ਇੱਦਾਂ ਕਹਿਣਾ ਹੋਵੇ ਤਾਂ ਕਿੱਦਾਂ ਕਵਾਂਗੇ? ਆਈ ਕੈਨ ਰੀਡ ਐਨੀ ਬੁੱਕਸ, ਮੈਂ ਕੋਈ ਵੀ ਬੁੱਕ ਪੜ੍ਹ ਸਕਦਾ। ਸੋ ਓਕੇ, ਆਈ ਕਾਂਟ ਰੀਡ ਐਨੀ ਆਰਟੀਕਲਸ, ਮੈਂ ਆਰਟੀਕਲਸ ਨਹੀਂ ਪੜ੍ਹ ਸਕਦਾ। ਕੈਨ ਯੂ ਰੀਡ ਆਰਟੀਕਲਸ, ਕੀ ਤੁਸੀਂ ਆਰਟੀਕਲਸ ਪੜ੍ਹ ਸਕਦੇ ਹੋ? ਸੋ ਇਸ ਕਰਕੇ ਇਹਦੇ ਵਿੱਚ ਤੁਸੀਂ ਕੋਈ ਵੀ ਬਣਾ ਸਕਦੇ ਹੋ। ਆ ਸਟਰਕਚਰ ਨੂੰ ਚੇਤੇ ਰੱਖਿਓ, ਮਾਡਲਸ ਸਭ ਤੋਂ ਸੌਖੇ ਮੈਨੂੰ ਲੱਗਦੇ ਨੇ, ਕਿਉਂਕਿ ਕੋਈ ਇਹਨਾਂ ਨੂੰ ਬਹੁਤਾ ਬੋਲਣਾ ਔਖਾ ਨਹੀਂ, ਕੋਈ ਬਹੁਤਾ ਸਟਰਕਚਰ ਨਹੀਂ ਹੁੰਦਾ। ਬਸ ਆਪਾਂ ਸਾਰੇ ਸਬਜੈਕਟਾਂ ਦੇ ਨਾਲ ਕੈਨ ਲੱਗ ਜਾਂਦਾ। ਕੋਈ ਤੁਸੀਂ ਇਹਦੇ ਵਿੱਚ SES ਦਾ ਮਸਲਾ ਨਹੀਂ ਰੱਖਣਾ, ਬਸ ਕੈਨ ਦੇ ਨਾਲ ਸਬਜੈਕਟ ਲਾ ਕੇ, ਵਰਬ ਦੀ ਫਾਰਮ ਲਾ ਕੇ ਇਹਨੂੰ ਸਿੱਧਾ ਬਣਾ ਦਿਓ। ਆਈ ਕੈਨ ਡੂ ਐਵਰੀਥਿੰਗ, ਇਹਨੂੰ ਨੋਟ ਕਰ ਲਓ ਇੰਨੇ ਨੂੰ। ਹੁਣ ਇੱਧਰ ਆ ਜਾਓ, ਇੱਧਰ ਆਇਓ, ਮੈਂ ਕਰ ਸਕਿਆ। ਹੁਣ ਆਪਾਂ ਅਗਲੇ ਤੋਂ ਵਿਚਾਰਨਾ, ਸੈਕਿੰਡ ਨੂੰ ਵਿਚਾਰਨਾ। ਮੈਂ ਕਰ ਸਕਿਆ, ਮੈਂ ਕਹਾਂ ਕਿ ਮੈਂ ਕਿਸੇ ਦੀ ਹੈਲਪ ਕਰ ਸਕਿਆ ਜਾਂ ਮੈਂ ਮਦਦ ਕਰ ਸਕਿਆ। ਸੋ ਮੈਂ ਕਰ ਸਕਿਆ, ਆਈ ਕੁਡ ਹੈਲਪ, ਆਈ ਕੁਡ ਹੈਲਪ, ਮੈਂ ਹੈਲਪ ਕਰ ਸਕਿਆ। ਮੇਰੇ 'ਚ ਚਲੋ ਇੰਨੀ ਹਿਊਮੈਨਿਟੀ ਕੇਸ ਕਹਿ ਲਓ ਕਿ ਮੇਰੇ 'ਚ ਇੰਨੀ ਮਨੁੱਖਤਾ ਵਾਲੀ ਗੱਲ ਸੀ ਕਿ ਮੈਂ ਕਿਸੇ ਦੀ ਹੈਲਪ ਕਰ ਸਕਿਆ, ਮੇਰਾ ਵੀ ਇੱਦਾਂ ਦਾ ਭਾਗ ਬਣਿਆ। ਅਗਲੀ ਗੱਲ, ਉਹ ਪੜ੍ਹਾਈ ਨਹੀਂ ਕਰ ਸਕੀ। ਆਪਾਂ ਕਹੀਏ ਕਿ ਯਾਰ ਉਹਨਾਂ ਕੋਲ ਉਦੋਂ ਇੰਨੇ ਪੈਸੇ ਨਹੀਂ ਸੀ ਤੇ ਕੁਝ ਘਰੇਲੂ ਪ੍ਰੋਬਲਮਸ ਆ ਗਈਆਂ ਫੈਮਿਲੀ ਦੇ ਵਿੱਚ ਤੇ ਉਹ ਪੜ੍ਹਾਈ ਨਹੀਂ ਕਰ ਸਕੀ। ਸ਼ੀ ਕੁਡ ਨਾਟ ਵੀ ਬੋਲ ਸਕਦੇ ਪਰ ਆਪਾਂ ਕੁਡੰਟ ਬੋਲਾਂਗੇ। ਸ਼ੀ ਕੁਡੰਟ ਸਟੱਡੀ, ਉਹ ਸਟੱਡੀ ਨਹੀਂ ਕਰ ਸਕੀ। ਕੋਈ ਪ੍ਰੋਬਲਮਸ ਬਣ ਗਈਆਂ, ਬਿਮਾਰ ਹੋ ਗਈ ਜਾਂ ਹੋਰ, ਹੈ ਨਾ, ਕੁਝ ਵੀ ਹੋ ਜਾਂਦਾ ਲਾਈਫ ਦੇ ਵਿੱਚ, ਨਹੀਂ ਕਰ ਸਕੀ ਜਦੋਂ ਪਾਸਟ ਦੀ ਆਪਾਂ ਗੱਲ ਕਰਦੇ ਹਾਂ। ਸੋ ਇੱਥੇ ਮੈਂ ਅੰਗਰੇਜ਼ੀ ਪਹਿਲਾਂ ਸਿੱਖ ਸਕਦਾ ਸੀ। ਕਈ ਵਾਰ ਲਾਈਫ 'ਚ ਹੁੰਦਾ ਨਾ, ਆਪਾਂ ਬਹੁਤ ਸਮਾਂ ਕਿਤੇ ਨਾ ਕਿਤੇ ਖਰਾਬ ਕਰ ਦਿੰਦੇ ਹਾਂ ਤੇ ਬਾਅਦ ਵਿੱਚ ਕਹਿੰਦੇ ਹਾਂ ਯਾਰ ਇਹ ਕੰਮ ਤੇ ਮੈਂ ਪਹਿਲਾਂ ਵੀ ਕਰ ਸਕਦਾ ਸੀ। ਪਛਤਾਵਾ ਹੁੰਦਾ। ਹੁਣ ਪਛਤਾਇਆ ਹੋਣਾ ਕੀ ਆ, ਹੁਣ ਸਿੱਖ ਲੈਂਦੇ ਹਾਂ, ਚਲੋ ਹੁਣ ਵੀ ਕੁਝ ਨਹੀਂ ਵਿਗੜੇ। ਮੈਂ ਅੰਗਰੇਜ਼ੀ ਪਹਿਲਾਂ ਸਿੱਖ ਸਕਦਾ ਸੀ।
आई, ਹੁਣ ਮੈਂ ਤੀਜੇ ਦੀ ਗੱਲ ਕਰ ਰਿਹਾ, ਸੌਰੀ ਆਹ ਦੇਖਿਓ, ਇਹਦੀ ਆਪਾਂ ਗੱਲ ਕਰ ਲਈ, ਸੈਕਿੰਡ ਦੀ ਵੀ ਗੱਲ ਕਰ ਲਈ, ਹੁਣ ਥਰਡ ਆਈ ਕੁਡ ਹੈਵ ਦੇ ਬਾਅਦ ਥਰਡ ਫਾਰਮ ਦੀ ਆਪਾਂ ਗੱਲ ਕਰਨੀ ਆ। ਹੁਣ ਆਈ ਕੁਡ ਹੈਵ ਸਿੱਖਣ ਦਾ ਕੀ ਹੁੰਦਾ ਲਰਨ, ਤੇ ਥਰਡ ਫਾਰਮ ਕੀ ਬਣ ਜਾਣੀ ਹੈ ਲਰਨਡ। ਐਂਡ ਇੰਗਲਿਸ਼ ਬਿਫੋਰ ਮੀਨਸ ਮੈਂ ਪਹਿਲਾਂ ਸਿੱਖ ਸਕਦਾ ਸੀ। ਆਈ ਕੁਡ ਹੈਵ ਲਰਨਡ ਐਨ ਇੰਗਲਿਸ਼ ਬਿਫੋਰ, ਮੈਂ ਪਹਿਲਾਂ ਇੰਗਲਿਸ਼ ਸਿੱਖ ਸਕਦਾ ਸੀ। ਹੁਣ ਅੱਗੇ ਤੂੰ ਆ ਸਕਦਾ ਸੀ, ਯਾਰ ਉਸ ਸਮੇਂ ਮੈਨੂੰ ਤੇਰੀ ਮਦਦ ਦੀ ਲੋੜ ਸੀ, ਤੂੰ ਆ ਸਕਦਾ ਸੀ ਪਰ ਤੂੰ ਆਇਆ ਨਹੀਂ। ਅਗਲੀ ਗੱਲ ਯੂ ਕੁਡ ਹੈਵ ਲਾ ਦੇਣਾ ਆਪਾਂ, you could have come, third form है ना, come, you could have come, ਤੂੰ ਆ ਸਕਦਾ ਸੀ, ਤੇ ਮੈਂ ਤੂੰ ਕਹਾਂ ਇੱਥੇ ਕਹੀਏ ਅੱਗੇ ਤੇ ਤੂੰ ਨਹੀਂ ਆ ਸਕਦਾ ਸੀ, ਯਾਰ ਤੇਰੀ ਐਬਿਲਿਟੀ ਨਹੀਂ ਸੀ ਜਾਂ ਤੇਰਾ ਕੰਮ ਹੀ ਨਹੀਂ ਸੀ, ਤੂੰ ਨਹੀਂ ਆ ਸਕਦਾ ਸੀ। you could not have come, you could not have come, you couldn't have come, ਤੂੰ ਨਹੀਂ ਆ ਸਕਦਾ ਸੀ। ਹੁਣ ਮੈਨੂੰ ਲੱਗਦਾ ਵੇਖੋ ਮਾਡਲਸ ਦੇ ਵਿੱਚ ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ। ਥੋੜੇ ਜਿਹੇ ਟਾਈਮ ਦੇ ਵਿੱਚ ਆਪਾਂ 3 ਤਰ੍ਹਾਂ ਦੇ ਆ ਮਾਡਲਸ ਸਮਝ ਚੁੱਕੇ ਆ। ਕੈਨ ਸਮਝ ਚੁੱਕੇ ਆ ਆਪਾਂ, ਕੁੱਡ ਵੀ ਸਮਝ ਲਿਆ ਆਪਾਂ, ਤੇ ਕੁੱਡ ਹੈਵ ਵੀ ਆਪਾਂ ਸਮਝ ਲਿਆ। ਹੁਣ ਜੇ ਤੁਹਾਨੂੰ ਫਿਰ ਵੀ ਕੋਈ ਗੱਲ ਨਹੀਂ ਸਮਝ ਆ ਰਹੀ ਤਾਂ ਵੀਡੀਓ ਨੂੰ ਵਾਰ-ਵਾਰ ਵੇਖੋ। ਇਹਦਾ ਮੀਨਸ ਹੁੰਦਾ ਹੈ ਜੋ ਪ੍ਰੈਜ਼ੈਂਟ ਦੇ ਵਿੱਚ ਆਪਾਂ ਕਰ ਸਕਦੇ ਹਾਂ। ਮੈਂ ਕਹਾਂ ਮੈਂ ਸਭ ਕੁਝ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਇਹਦਾ ਮੀਨਸ ਹੁੰਦਾ ਮੈਂ ਪਾਸਟ ਦੇ ਵਿੱਚ ਕੁਝ ਕਰ ਸਕਿਆ, ਜਾਂ ਮੈਂ ਆਈ ਕੁਡੰਟ ਸਟੱਡੀ, ਮੈਂ ਸਟੱਡੀ ਨਹੀਂ ਕਰ ਸਕਿਆ। ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕਹਾਂ ਕਿ ਮੈਂ ਇਹਦੇ ਵਿੱਚ ਨਹੀਂ ਕਰ ਸਕਿਆ ਜਾਂ ਕਰ ਸਕਦਾ ਸੀ, ਉਦੋਂ ਮੈਂ ਕਰ ਸਕਦਾ ਸੀ, ਮੈਥੋਂ ਹੋ ਨਹੀਂ ਸਕਿਆ ਸੀ, ਹੈ ਨਾ। ਇੱਦਾਂ ਇਹਦੇ ਵਿੱਚ ਇਹ ਥਰਡ ਦੇ ਵਿੱਚ ਕਹਿੰਦੇ ਹਾਂ ਆਪਾਂ, ਥਰਡ ਫਾਰਮ ਦੇ ਨਾਲ ਲਾ ਕੇ ਇਹਨੂੰ ਕਹਿੰਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਬਹੁਤੀ ਔਖੀ ਗੱਲ ਨਹੀਂ ਹੈਗੀ। ਇਹਦੀ ਵਾਰ-ਵਾਰ ਪ੍ਰੈਕਟਿਸ ਕਰੋ, ਪ੍ਰੈਕਟਿਸ ਦੇ ਨਾਲ ਹਰ ਇੱਕ ਚੀਜ਼ ਪੋਸੀਬਲ ਹੈ। ਜੇ ਤੁਸੀਂ ਇਹਨੂੰ ਵੇਖ ਕੇ ਵੀਡੀਓ ਨੂੰ ਨੋਟ ਨਹੀਂ ਕਰੋਗੇ ਆਹ ਸਟਰਕਚਰ ਨੂੰ, ਤੇ ਫਿਰ ਤੁਹਾਨੂੰ ਪ੍ਰੈਕਟਿਸ ਨਹੀਂ ਕਰੋਗੇ ਇੰਗਲਿਸ਼ ਦੀ, ਤਾਂ ਫਿਰ ਇੰਗਲਿਸ਼ ਕਦੇ ਵੀ ਨਹੀਂ ਆਉਂਦੀ। ਕਿਉਂਕਿ ਇੰਗਲਿਸ਼ ਦੇ ਨਾਲ ਪ੍ਰੈਕਟਿਸ ਜ਼ਰੂਰੀ ਹੈ, ਬੋਲਣ ਦੀ ਪ੍ਰੈਕਟਿਸ ਕਰਨੀ ਪੈਣੀ ਹੈ, ਤਾਂ ਕਰਕੇ ਫਿਰ ਤੁਹਾਨੂੰ ਇੰਗਲਿਸ਼ ਆ ਸਕਦੀ ਹੈ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਆਹ 3 ਮਾਡਲਸ ਸਮਝ ਆ ਗਏ ਹੋਣਗੇ। ਅਗਲੇ ਵੀ ਸਾਰੇ ਮਾਡਲਸ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਸਮਝਾਂਗੇ। ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ, ਨਾਲ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਮੇਰਾ ਹੌਸਲਾ ਥੋੜ੍ਹਾ ਵਧੇ ਹੋਰ ਵੀਡੀਓ ਬਣਾਉਣ ਦਾ। ਸੋ ਸਾਰਿਆਂ ਦਾ ਅਗੇਨ ਥੈਂਕਸ ਫॉर ਵਾਚਿੰਗ।